ਸਤਿ ਸ਼੍ਰੀ ਅਕਾਲ ਜੀ। ਪੰਜਾਬ ਮੇਲ USA ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਜੰਕਸ਼ਨ ਦੇ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਕਹਿੰਦੇ ਆ ਕਿ ਸਾਜ਼ ਬਿਨਾ ਸੰਗੀਤ ਅਧੂਰਾ ਹੈ, ਜਿਸ ਤਰ੍ਹਾਂ ਅਲਫਾਜ਼ ਦੇ ਬਿਨਾ ਗੀਤ ਅਧੂਰਾ ਹੈ, ਪਰ ਅਸੀਂ ਕਹਿੰਦੇ ਆ ਕਿ ਪੜਤਾਲ ਦੇ ਬਿਨਾ ਖਬਰ ਅਧੂਰੀ ਹੈ। ਇਸੇ ਲਈ ਤਾਂ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਖਬਰਾਂ ਦੀ ਪੜਤਾਲ ਕਰਦੇ ਆ ਜਿਹੜੀਆਂ ਖਬਰਾਂ ਤੁਹਾਡੇ ਤੱਕ ਪਹੁੰਚਣੀਆਂ ਬਹੁਤ ਜ਼ਰੂਰੀ ਨੇ, ਤੇ ਇਹ ਸਭ ਖਬਰਾਂ ਦੀ ਪੜਤਾਲ ਜਿਹੜੀ ਕਰਦੇ ਨੇ ਉਹਨੇ ਸਾਡੇ ਮਾਹਿਰ, ਸਾਡੇ ਐਕਸਪਰਟ। ਅੱਜ ਵੀ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸ਼ਾਮਿਲ ਨੇ ਸਟੂਡੀਓ ਦੇ ਵਿੱਚ ਸਰਦਾਰ ਨਰਿੰਦਰ ਸਿੰਘ ਸੱਤੀ ਜੀ, ਜਿਹੜੇ ਕਿ ਇੱਕ ਸੀਨੀਅਰ ਜਰਨਲਿਸਟ ਨੇ। ਆਓ ਫਿਰ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਤੇ ਦੇਖਦੇ ਹਾਂ ਕਿ ਅੱਜ ਕਿਹੜੀਆਂ ਉਹ ਖਬਰਾਂ ਲੈ ਕੇ ਆਏ ਨੇ ਜਿਨ੍ਹਾਂ ਦੀ ਪੜਤਾਲ ਅਸੀਂ ਮਿਲ ਬੈਠ ਕੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੱਤੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਮਲਪ੍ਰੀਤ ਜੀ। ਜੀ ਸੱਤੀ ਸਰ, ਬਹੁਤ ਸਾਰੀਆਂ ਖਬਰਾਂ ਆਏ ਦਿਨ ਆਉਂਦੀਆਂ ਰਹਿੰਦੀਆਂ ਨੇ। ਅੱਜ ਜਿਹੜੀਆਂ ਚੁਣਿੰਦਾ ਖਬਰਾਂ ਅਸੀਂ ਆਪਣੇ ਦਰਸ਼ਕਾਂ ਦੇ ਲਈ ਲੈ ਕੇ ਆਏ ਹਾਂ, ਉਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕੋਈ ਵੀ ਆਦਮੀ ਹੋਏ, ਕੋਈ ਮੁਲਾਜ਼ਮ ਹੋਏ, ਕੋਈ ਵੀ ਇਨਸਾਨ ਹੋਏ, ਉਹ ਜਦੋਂ ਵੀ ਕੁਝ ਕਮਾਉਂਦਾ ਹੈ ਤਾਂ ਉਹਦਾ ਜਿਹੜਾ ਪੈਸਾ ਹੈ ਉਹ ਆਪਣੇ ਸਿਰਫ ਉਸ ਸਮੇਂ ਵਾਸਤੇ ਨਹੀਂ ਰੱਖਦਾ, ਬਲਕਿ ਭਵਿੱਖ ਵਾਸਤੇ ਵੀ ਰੱਖਦਾ ਹੈ। ਭਵਿੱਖ ਦੀਆਂ ਲੋੜਾਂ ਲਈ, ਐਮਰਜੈਂਸੀ ਲਈ ਕਹਿ ਲਓ ਜੀ। ਔਰ ਇਹ ਕਿੰਨੀ ਜ਼ਰੂਰੀ ਗੱਲ ਹੈ ਕਿ ਇੱਕ ਮੁਲਾਜ਼ਮ ਜਦੋਂ ਕੰਮ ਕਰਦਾ ਹੈ ਤੇ ਉਹ ਕਿੰਨੀ ਮਿਹਨਤ ਦਾ ਪੈਸਾ ਬੈਂਕਾਂ ਦੇ ਵਿੱਚ ਜਮ੍ਹਾਂ ਕਰਦਾ, ਕਿਉਂਕਿ ਸਾਧਨ ਇੱਕੋ ਹੀ ਹੈ। ਹਾਂ ਬਿਲਕੁਲ ਜੀ, ਪਾਈ ਕਰਕੇ ਕਹਿੰਦੇ ਜੋੜਦੇ ਆ ਆਪਾਂ ਤਾਂ ਜਮ੍ਹਾਂ ਕਰਾਉਂਦੇ ਆ। ਤੇ ਜੇਕਰ ਉਹਨੂੰ ਇਹ ਲੱਗੇ ਕਿ ਉਹਦਾ ਪੈਸਾ ਬੈਂਕਾਂ ਦੇ ਵਿੱਚ ਵੀ ਸੇਫ ਨਹੀਂ ਹੈ, ਸੁਰੱਖਿਅਤ ਨਹੀਂ ਹੈ, ਤਾਂ ਫਿਰ ਕਿਸ ਤਰ੍ਹਾਂ ਦਾ ਮਹਿਸੂਸ ਕਰਦਾ ਹੋਵੇਗਾ ਉਹ ਇਨਸਾਨ। ਭਲਕੇ ਜੇ ਇੱਕ ਇਹੋ ਜਿਹਾ ਬੈਂਕਿੰਗ ਸੋਧ ਬਿੱਲ ਜਿਹੜਾ ਪਾਸ ਕੀਤਾ ਗਿਆ ਸਰਕਾਰ ਵੱਲੋਂ, ਕੀ ਉਹਦੇ ਵਿੱਚ ਕੁਝ ਇਹੋ ਜਿਹੇ ਨਿਯਮ ਰੱਖੇ ਗਏ ਨੇ ਜਿਹਦੇ ਨਾਲ ਆਮ ਬੰਦੇ ਦਾ ਪੈਸਾ ਸੁਰੱਖਿਅਤ ਰਹੇਗਾ? ਇਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਸਭ ਤੋਂ ਪਹਿਲਾਂ ਸਾਂਝ ਪਾਓ ਜੀ। ਕਮਲਪ੍ਰੀਤ ਜੀ, ਜਿਹੜੇ ਆਰਡੀਨੈਂਸਸ ਨੂੰ ਬਿੱਲਾਂ ਦੇ ਤੌਰ ਤੇ ਪੇਸ਼ ਕੀਤਾ ਜਾਣਾ ਇਸ ਸੰਸਦ ਦੇ ਮਾਨਸੂਨ ਅਜਲਾਸ ਵਿੱਚ, ਉਹਨਾਂ 'ਚ 3 ਖੇਤੀਬਾੜੀ ਸੰਬੰਧੀ ਆਰਡੀਨੈਂਸ ਤੇ ਚੌਥਾ ਜਿਹੜਾ ਬੈਂਕਿੰਗ ਰੈਗੂਲੇਸ਼ਨ ਸੋਧ ਬਿੱਲ ਜਿਹੜਾ ਹੈਗਾ, ਉਹ ਜਿਹੜਾ ਇਹ ਬਿੱਲ ਹੈ ਬੈਂਕਿੰਗ ਸੋਧ ਬਿੱਲ ਜਿਹੜਾ ਉਹ ਕੱਲ ਪਾਸ ਕਰ ਦਿੱਤਾ ਗਿਆ ਜੀ। ਸਭ ਤੋਂ ਵੱਧ ਰੌਲਾ ਰੱਪਾ ਇਹਨਾਂ ਚੌਹਾਂ ਆਰਡੀਨੈਂਸਸ ਤੇ ਹੀ ਪਿਆ ਹੈਗਾ, ਤੇ ਖੇਤੀਬਾੜੀ ਆਰਡੀਨੈਂਸ ਤੇ ਤਾਂ ਦੇਸ਼ ਭਰ ਦੇ ਕਿਸਾਨ ਉੱਠ ਕੇ ਖੜੇ ਨੇ। ਦੂਸਰਾ, ਬੈਂਕਿੰਗ ਮੁਲਾਜ਼ਮ ਵੀ ਜਿਹੜਾ ਇਹਦਾ ਵਿਰੋਧ ਕਰ ਰਹੇ ਆ ਬੈਂਕਿੰਗ ਸੋਧ ਬਿੱਲ ਦਾ। ਪਰ ਕੱਲ ਇੰਨੇ ਵਿਰੋਧ ਦੇ ਬਾਵਜੂਦ ਪਾਰਲੀਮੈਂਟ ਦੇ ਅੰਦਰੋਂ, ਸੰਸਦ ਦੇ ਅੰਦਰੋਂ ਤੇ ਬਾਹਰੋਂ ਦੇਸ਼ ਭਰ ਦੇ ਵਿੱਚ ਇਹਦੇ ਖਿਲਾਫ ਜਿਹੜਾ ਆ ਲੋਕਾਂ ਨੇ ਆਪਣੇ ਵਿਚਾਰ ਪ੍ਰਗਟਾਏ ਨੇ, ਪਰ ਉਹਦੇ ਬਾਵਜੂਦ ਉਹ ਬਿੱਲ ਪਾਸ ਕਰ ਦਿੱਤਾ ਗਿਆ। ਪਾਸ ਕਿਵੇਂ ਹੋਣਾ? ਕਿਉਂਕਿ ਉੱਥੇ ਮੈਜੋਰਟੀ ਆ, ਠੀਕ ਹੈ, ਭਾਜਪਾ ਦੀ ਹਕੂਮਤ ਹੈ ਤੇ ਮੈਜੋਰਟੀ ਸਰਕਾਰ ਜਿਹੜੀ ਹੁੰਦੀ ਆ ਉਹ ਜੋ ਮਰਜ਼ੀ ਕਹਿ ਲਓ ਵੀ ਮਨ ਮਰਜ਼ੀ ਕਰਦੀ ਆ ਜੀ। ਹੋਇਆ ਕੀ ਆ ਪਈ ਇਸ ਬਿੱਲ ਨੂੰ ਪਾਸ ਕਰਨ ਦੀ ਸਫਾਈ ਵਿੱਚ ਕੇਂਦਰ ਸਰਕਾਰ ਕੀ ਕਹਿ ਰਹੀ ਹੈ? ਆਪਣੇ ਕੇਂਦਰੀ ਵਿੱਤ ਮੰਤਰੀ ਮਾਨਯੋਗ ਨਿਰਮਲਾ ਸੀਤਾਰਮਨ ਜੀ ਹੁਣੀ ਕਿਹਾ ਹੈਗਾ ਭਈ ਦੇਖੋ, ਇੱਕ ਤਾਂ ਨਾ ਜੀ ਜਿਹੜਾ ਲਾਕਡਾਊਨ ਦੇ ਦੌਰਾਨ ਉਹਨਾਂ ਨੇ ਕਿਹਾ ਵੀ ਤੁਸੀਂ ਲਾਕਡਾਊਨ ਦੇ ਦੌਰਾਨ ਇਹ ਆਰਡੀਨੈਂਸ ਲੈਂਦੇ ਆ, ਉਹ ਕਹਿੰਦੇ ਲਾਕਡਾਊਨ ਦੇ ਦੌਰਾਨ ਇਹ ਤਾਂ ਆਰਡੀਨੈਂਸ ਲਿਆਉਣਾ ਪਿਆ ਭਈ ਜਿਹੜਾ ਘਾਟਾ ਹੈਗਾ, ਜਿਹੜਾ ਕਰਜ਼ਾ ਡੁੱਬਿਆ ਹੈਗਾ ਲੋਕਾਂ ਦਾ, ਉਹ 7.27% ਤੋਂ ਵੱਧ ਕੇ ਮਾਰਚ ਵਾਲੀ ਜਿਹੜੀ ਤਿਮਾਹੀ ਆ, ਜਨਵਰੀ ਫਰਵਰੀ ਮਾਰਚ ਵਾਲੀ ਇਸੇ ਵਰੇ ਦੀ 2020 ਦੀ, ਉਹ 10% ਤੱਕ ਆ ਗਿਆ ਹੈਗਾ ਲੋਕਾਂ ਦਾ ਡੁੱਬਿਆ ਹੋਇਆ ਕਰਜ਼ਾ। ਫਿਰ ਉਹਨਾਂ ਨੇ ਕਿਹਾ ਭਈ ਇਹ ਜਿਹੜਾ ਬਿੱਲ ਹੈ ਇਹ ਇੱਕ ਤਾਂ ਜਿਹੜਾ ਬੈਂਕਾਂ ਦੇ ਕੰਮਕਾਰ 'ਚ ਸੁਧਾਰ ਲਿਆਏਗਾ। ਸੱਚ ਮੈਂ ਇਹ ਕਹਿਣਾ ਭੁੱਲ ਗਿਆ ਵੀ ਇਹ ਬਿੱਲ ਜਿਹੜਾ ਹੈ ਇਹਦੇ ਅਧੀਨ ਜਿਹੜੀਆਂ ਸਹਿਕਾਰੀ ਬੈਂਕਾਂ ਨੇ ਨਾ, ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧੀਨ ਆ ਜਾਣਗੀਆਂ। ਇਹਦਾ ਫਾਇਦਾ ਹੋਏਗਾ ਆਮ ਲੋਕਾਂ ਨੂੰ? ਦੇਖੋ, ਆਮ ਲੋਕਾਂ ਨੂੰ ਤਾਂ ਹਾਲੇ ਇਹ ਤਾਂ ਸਾਰਾ ਕੁਝ ਦੇਖਣ ਦੀਆਂ ਗੱਲਾਂ ਨੇ, ਤੇ ਸਹਿਕਾਰੀ ਬੈਂਕਾਂ ਜਿਹੜੀਆਂ ਆ, ਕੋਆਪਰੇਟਿਵ ਬੈਂਕਸ ਜਿਹੜੀਆਂ ਆ, ਉਹ ਬੜੇ ਚੰਗੇ ਢੰਗ ਨਾਲ ਚੱਲ ਰਹੀਆਂ। ਲੋਕਾਂ ਨੂੰ, ਆਮ ਲੋਕ ਉੱਥੋਂ ਕਰਜ਼ਾ ਲੈ ਸਕਦੇ, ਬਹੁਤੀ ਖਿੱਚ ਵੀ ਹੈ ਨਹੀਂ ਗੀ। ਪੇਂਡੂ ਲੋਕ ਜ਼ਿਆਦਾ ਜੁੜੇ ਹੋਏ, ਸ਼ਹਿਰੀ ਲੋਕ ਵੀ ਜੁੜੇ ਹੋਏ ਆ ਉਹਦੇ ਨਾਲ, ਤੇ ਉਹ ਇਸ ਰੈਗੂਲੇਸ਼ਨ ਨਾਲ ਕਿੰਨਾ ਕੁ ਜਾਣੀ ਕਿ ਉਹਦੇ ਵਿੱਚ ਸੁਧਾਰ ਆਉਂਦਾ ਹੈ। ਉਹਨਾਂ ਨੇ ਕਿਹਾ ਵੀ ਇੱਕ ਤਾਂ ਜੀ ਕੰਮਕਾਰ ਵਿੱਚ ਸੁਧਾਰ ਹੋਏਗਾ, ਦੂਸਰਾ ਸਰਕਾਰ ਚਾਹੁੰਦੀ ਆ ਵੀ ਜਿਹੜਾ ਨਿਵੇਸ਼ਕਾਂ ਦਾ ਪੈਸਾ ਆ ਉਹ ਸੁਰੱਖਿਅਤ ਰਹੇ, ਉਹ ਨਾ ਡੁੱਬੇ। ਬਿਲਕੁਲ। ਸੋ ਇਹ ਦੋਵੇਂ ਗੱਲਾਂ ਹੁਣ ਆਪਾਂ ਦੇਖਾਂਗੇ ਭਈ ਜਿਹੜੀਆਂ ਕੋਆਪਰੇਟਿਵ ਬੈਂਕਾਂ ਨੇ, ਸਹਿਕਾਰੀ ਬੈਂਕਾਂ ਆ, ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰ ਖੇਤਰ 'ਚ ਆਉਣ ਤੋਂ ਬਾਅਦ ਉਹਨਾਂ 'ਚ ਕਿੰਨਾ ਕੁ ਸੁਧਾਰ ਹੋਇਆ ਹੈਗਾ। ਇਹਦਾ ਮਤਲਬ ਤਾਂ ਇਹ ਆ ਵੀ ਪਿਛਲੇ ਇੰਨੇ ਵਰ੍ਹਿਆਂ ਤੋਂ ਹੁਣ ਸਦੀ ਤੋਂ ਵੱਧ ਸਹਿਕਾਰੀ ਬੈਂਕ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਮਾਲਪੁਰ ਬੜਾ ਵੱਡਾ
ਕਸਬਾ ਆ ਜੀ। ਟਾਊਨ ਕਹਿ ਲਓ, ਵੱਡਾ ਪਿੰਡ ਕਹਿ ਲਓ, ਤੇ ਸਭ ਤੋਂ ਪਹਿਲਾਂ ਉੱਥੇ ਸ਼ੁਰੂ ਹੋਈ ਸੀ ਜੀ। ਔਰ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਸਹਿਕਾਰੀ ਬੈਂਕਾਂ ਦਾ ਜਾਲ ਵਿਛਿਆ ਹੈ। ਤਾਂ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਉਹਦੇ ਨਾਲ ਕਿੰਨਾ ਕੁ ਹੋਣਾ। ਦੂਸਰਾ, ਕੱਲ ਹੀ ਪਾਰਲੀਮੈਂਟ ਦੀ ਆਪਾਂ ਥੋੜੀ ਜਿਹੀ ਹੋਰ ਗੱਲ ਕਰਾਂਗੇ ਵੀ ਕੱਲ ਚੀਨ ਦੇ ਮੁੱਦੇ ਤੇ ਬਹੁਤ ਰੌਲਾ ਰੱਪਾ ਪਿਆ। ਜੀ ਜੀ। ਉੱਥੇ ਆਪਣੀ ਸੰਸਦ ਦੇ ਵਿੱਚ ਜਿਹੜੀ ਵਿਰੋਧੀ ਧਿਰ ਆ ਉਹਨਾਂ ਨੇ ਕਿਹਾ, ਪਹਿਲਾਂ ਘੁਸਪੈਠ ਦੇ ਮੁੱਦੇ ਤੇ ਘੇਰਿਆ ਸਰਕਾਰ ਨੂੰ। ਸਰਕਾਰ ਕਹਿੰਦੀ ਆ ਵੀ ਪਿਛਲੇ 6 ਮਹੀਨਿਆਂ ਤੋਂ ਕੋਈ ਘੁਸਪੈਠ ਨਹੀਂ ਹੋਈ, ਜਦ ਕਿ ਇਹ ਸਾਰਾ ਜੱਗ ਜਾਣਦਾ ਵੀ ਕਿੰਨੀ ਘੁਸਪੈਠ ਕੀਤੀ ਆ ਚੀਨੀ ਫੌਜ ਨੇ। ਠੀਕ ਹੈ। ਔਰ ਇਹ ਪੂਰਬੀ ਲਦਾਖ ਦਾ ਜਿਹੜਾ ਇਲਾਕਾ ਹੈਗਾ ਉੱਥੇ ਬਹੁਤਾ ਰੌਲਾ ਹੈਗਾ। ਠੀਕ ਹੈ। ਜਿਹੜੀ ਕੰਟਰੋਲ ਰੇਖਾ ਆ ਤੇ ਪੈਂਗੋਂਗ ਝੀਲ ਜਿਹੜੀ ਆ ਲੇਹ ਤੋਂ ਉੱਤੇ ਜਾ ਕੇ ਆਉਂਦੀ ਆ, ਉਸ ਏਰੀਏ 'ਚ ਉਸ ਖਿੱਤੇ 'ਚ ਸਾਰਾ ਰੌਲਾ ਰੱਪਾ ਪੈ ਰਿਹਾ। ਤੇ ਫਿਰ ਆਪਾਂ ਕਹਿੰਦੇ ਆ ਵੀ ਅਗਵਾ, ਦੇਖੋ ਜਦੋਂ ਪਹਿਲੀ ਝੜਪ ਹੋਈ ਆ ਜਿਸ 'ਚ ਆਪਣੇ ਕੁਝ ਨੌਜਵਾਨ ਮਾਰੇ ਗਏ ਤੇ ਉਹ ਆਪਣੇ ਕੁਝ ਬੰਦਿਆਂ ਨੂੰ ਸਮੇਤ 1-2 ਅਫਸਰਾਂ ਦੇ ਅਗਵਾ ਕਰਕੇ ਲੈ ਗਿਆ, 10 ਬੰਦਿਆਂ ਨੂੰ। ਉਹ ਕਈ ਦਿਨਾਂ ਬਾਅਦ ਮੋੜਿਆ ਉਹ ਲੋਕ, ਤੇ ਸਰਕਾਰ ਮੁਕਰਦੀ ਰਹੀ ਆ ਵੀ ਸਾਡਾ ਕੋਈ ਬੰਦਾ ਅਗਵਾ ਹੀ ਨਹੀਂ ਹੋਇਆ। ਇਹਦਾ ਮਤਲਬ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਵੀ ਕਿੰਨੇ ਬੰਦੇ ਉਹ ਅਗਵਾ ਕਰਕੇ ਲੈ ਗਏ, ਕਿੰਨੇ ਸਾਡੇ ਮਾਰ ਗਏ ਝੜਪਾਂ 'ਚ। ਸਰਕਾਰ ਆਪਣੀ ਸਹੂਲਤ ਦੇ ਨਾਲ ਬਿਆਨਬਾਜ਼ੀ ਬਈ ਜੋ ਉਹਨਾਂ ਨੂੰ ਲੱਗਦਾ ਸਰਕਾਰ ਨੂੰ ਉਹੋ ਜਿਹਾ ਬਿਆਨ ਦੇ ਰਹੀ ਆ। ਤੇ ਫਿਰ ਦੇਖੋ ਅੱਜ ਜਿਹੜੇ ਆਪਣੇ ਸਾਡੇ ਕੇਂਦਰੀ ਰੱਖਿਆ ਮੰਤਰੀ ਨੇ, ਉਹ ਰਾਜ ਸਭਾ ਦੇ ਵਿੱਚ ਉਹਦੇ ਸੰਬੰਧੀ ਆਪਣਾ ਬਿਆਨ ਵੀ ਦੇ ਰਹੇ ਨੇ। ਜੀ, ਇਹ ਤੇ ਸੀ ਅਸੀਂ ਗੱਲਬਾਤ ਨਾਲ ਕੀਤੀ ਕਿ ਬਾਹਰਲੇ ਮੁਲਕ ਜਿਹੜੇ ਨੇ ਉਹ ਸਾਡੇ ਤੇ ਘੁਸਪੈਠ ਕਰਦੇ ਨੇ, ਪਰ ਉਸ ਵੇਲੇ ਬਹੁਤ ਮਾੜੀ ਹੁੰਦੀ ਹੈ ਜਦੋਂ ਆਪਣੇ ਹੀ ਬੰਦੇ ਆਪਣੇ ਬੰਦੇ ਨਾਲ ਘੁਸਪੈਠ ਕਰਨ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਿੱਦਾਂ ਖੇਤੀ ਆਰਡੀਨੈਂਸ ਪਾਸ ਕੀਤੇ ਗਏ ਨੇ ਜਾਂ ਉਹਨਾਂ ਦੇ ਬਾਰੇ ਚਰਚਾ ਚੱਲ ਰਿਹਾ ਕਿ ਉਹਨਾਂ ਨੂੰ ਪਾਸ ਕੀਤਾ ਜਾਏਗਾ, ਕਿਸਾਨਾਂ ਦੇ ਲਈ ਬੜਾ ਮਾਰੂ ਉਹ ਸਮਝਿਆ ਜਾ ਰਿਹਾ ਹੈ। ਉਸੇ ਤਰੀਕੇ ਦੇ ਨਾਲ ਬੈਂਕਿੰਗ ਬਿੱਲ 'ਚ ਜਿਹੜਾ ਸੋਧ ਹੈ ਉਹ ਵੀ ਇਸੇ ਤਰ੍ਹਾਂ ਦਾ ਹੀ ਕਿਤੇ ਨਾ ਕਿਤੇ ਦੇਖੋ। ਹੁਣ ਚਲੋ ਅੱਜ ਇਸ ਮੁੱਦੇ ਤੇ ਤਾਂ ਰਾਜਨਾਥ ਸਿੰਘ ਹੁਣੀ ਰਾਜ ਸਭਾ 'ਚ ਆਪਣਾ ਬਿਆਨ ਦੇ ਰਹੇ ਨੇ, ਬਾਅਦ ਦੁਪਹਿਰ ਜੁੜਦੀ ਆ 3 ਤੋਂ 7। ਤੇ ਪਰ ਜਿਹੜਾ ਬੈਂਕਿੰਗ ਦਾ ਮਸਲਾ ਆ ਉਹ ਤਾਂ ਹੁਣ ਕਮਲਪ੍ਰੀਤ ਜੀ, ਦੇਖੋ ਲੋਕਾਂ ਨੂੰ ਖਦਸ਼ੇ ਤਾਂ ਹੈਗੇ ਹੀ ਆ ਨਾ। ਜੇ ਖਦਸ਼ੇ ਨਾ ਹੁੰਦੇ ਤਾਂ ਫਿਰ ਉਹ ਵਿਰੋਧ ਕਿਉਂ ਕਰਦੇ? ਬਿਲਕੁਲ ਠੀਕ ਗੱਲ ਕਹਿ ਰਹੇ ਤੁਸੀਂ ਜੀ। ਔਰ ਇਸ ਦੇ ਨਾਲ ਅਸੀਂ ਹੱਲੇ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਸੱਤੀ ਸਰ ਦੇ ਨਾਲ, ਸਤਿਕਾਰਤ ਕਮੇਟੀ ਵਰਸਸ SGPC। ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਨਛੱਤਰ ਗਿੱਲ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ TV ਚੈਨਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ ਸੂਰਾਪੁਰੀ। ਦੋਸਤੋ, ਪੰਜਾਬ ਮੇਲ USA ਚੈਨਲ ਸ਼ੁਰੂ ਕਰਨ ਤੇ ਸਰਦਾਰ ਗੁਰਜਤਿੰਦਰ ਸਿੰਘ ਰੰਧਾਵਾ ਭਾਜੀ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਆਸ ਕਰਦਾ ਕਿ ਜਿਵੇਂ ਉਹਨਾਂ ਨੇ ਪੰਜਾਬ ਮੇਲ USA ਅਖਬਾਰ ਦੇ ਜ਼ਰੀਏ ਪੰਜਾਬੀ ਜ਼ੁਬਾਨ ਦੀ ਬਹੁਤ ਸੇਵਾ ਕੀਤੀ ਹੈ ਔਰ ਅਜੇ ਵੀ ਕਰ ਰਹੇ ਨੇ, ਇਸੇ ਤਰ੍ਹਾਂ ਇਸ ਚੈਨਲ ਦੇ ਜ਼ਰੀਏ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸੇ ਦਾ ਪ੍ਰਸਾਰ ਦੁਨੀਆ ਭਰ ਦੇ ਵਿੱਚ ਕਰਨਗੇ। ਸੋ ਬਹੁਤ-ਬਹੁਤ ਮੁਬਾਰਕਬਾਦ ਇੱਕ ਵਾਰ ਫਿਰ ਤੇ ਸ਼ੁਭਕਾਮਨਾਵਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਜੰਕਸ਼ਨ ਦੇ ਵਿੱਚ। ਇਸ ਵੇਲੇ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਨਰਿੰਦਰ ਸਿੰਘ ਸੱਤੀ ਹਰੀ ਜੁੜੇ ਹੋਏ ਨੇ ਔਰ ਖਬਰਾਂ ਦੀ ਪੜਚੋਲ ਚੱਲ ਰਹੀ ਹੈ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਆਪਾਂ ਗੱਲ ਕਰਾਂਗੇ ਸਤਿਕਾਰ ਕਮੇਟੀ ਵਰਸਸ SGPC, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨੇ ਕਿ ਇੱਕ ਬਹੁਤ ਹੀ ਉਹਦੇ ਆਪਣੇ ਆਫਿਸ ਦੇ ਵਿੱਚ ਹੀ ਕਹਿ ਲਓ ਕਿ ਇਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਕਿ ਜਿਹੜੀ ਪੂਰੀ ਸੰਗਤ ਦੇ ਲਈ, ਪੂਰੇ ਕੌਮ ਦੇ ਲਈ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰ ਰਹੀਆਂ ਨੇ। ਉੱਥੇ ਆਏ ਦਿਨ ਧਰਨੇ ਤੇ ਉੱਥੇ ਹੋ ਹੀ ਰਹੇ ਨੇ, ਨਾਲ ਹੀ ਨਾਲ ਝੜਪਾਂ ਵੀ ਹੋ ਰਹੀਆਂ ਨੇ। ਸਤੀ ਸਰ, ਤੀਜਾ ਦਿਨ ਵੀ ਧਰਨਾ ਜਿਹੜਾ ਜਾਰੀ ਰਿਹਾ ਤੇ ਇਸ ਵੇਲੇ ਮੌਜੂਦਾ ਹਾਲਾਤ ਕੀ ਹੈ? ਕੀ ਲੱਗਦਾ ਕਿ SGPC ਵੱਲੋਂ ਕੋਈ ਹੋਰ ਰਿਐਕਸ਼ਨ, ਕੋਈ ਜਵਾਬ ਆਇਆ? ਦੇਖੋ ਕਮਲਪ੍ਰੀਤ ਜੀ, ਚੌਥਾ ਦਿਨ ਆ ਗਿਆ ਜੀ ਉਸ ਧਰਨੇ ਨੂੰ। ਗੱਲ ਤਾਂ ਇੱਥੋਂ ਹੀ ਸ਼ੁਰੂ ਹੋਈ ਸੀ ਨਾ ਪਈ, ਜਿਹੜਾ ਉਹ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਮੀਟਿੰਗ ਕਰਨੀ ਚਾਹੁੰਦੀ ਸੀ ਸਤਿਕਾਰ ਕਮੇਟੀਆਂ ਤੇ ਹੋਰ ਸਿੱਖ ਜਥੇਬੰਦੀਆਂ, ਤੇ SGPC ਇਨਕਾਰੀ ਸੀ। ਉਸ ਪਿੱਛੋਂ ਉਹਨਾਂ ਨੇ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੱਗੇ ਧਰਨਾ ਲਾਤਾ। ਧਰਨੇ ਨੂੰ SGPC ਪ੍ਰਧਾਨ ਜਿਹੜੇ ਆ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਹੋਰੀ, ਉਹ ਕਹਿੰਦੇ ਵੀ ਇਹ ਗੈਰ ਕਾਨੂੰਨੀ ਧਰਨਾ ਲਾ ਨਹੀਂ ਸਕਦੇ। ਉੱਥੋਂ ਸਾਰਾ ਰੌਲਾ ਪਿਆ। ਉਸ ਰੌਲੇ ਦੌਰਾਨ ਹੀ ਪਰਸੋਂ ਜਿਹੜੀਆਂ ਝੜਪਾਂ ਹੋਈਆਂ ਸਵੇਰੇ ਸਵੇਰੇ ਹੀ, ਔਰ ਉਹਨਾਂ ਨੇ ਜਿਹੜੀ SGPC ਦੀ ਟਾਸਕ ਫੋਰਸ ਆ
ਕੁੱਟ ਕਟਾਪਾ ਕੀਤਾ, ਡਾਂਗਾਂ ਭਰਾਈਆਂ, ਦਸਤਾਰਾਂ ਲਾਈਆਂ। ਆਪਾਂ ਕੱਲ ਵੀ ਗੱਲ ਕੀਤੀ ਸੀ ਪਈ ਇੱਕ ਨਿਹੰਗ ਸਿੰਘ ਜਿਹੜਾ ਦਮਾਲਾ ਸਜਾਇਆ ਹੋਇਆ ਉਹਨੂੰ ਹੁੱਜਾ ਮਾਰਦੇ ਲਿਜਾ ਰਹੇ ਆ ਐਸਜੀਪੀਸੀ ਦੇ ਮੈਂਬਰ, ਤੇ ਫਿਰ ਉਹਨੂੰ ਢਾਹ ਕੇ ਕੁੱਟਿਆ ਜਾਂਦਾ। ਮੀਡੀਆ ਦੇ ਕੈਮਰੇ ਭੰਨੇ ਗਏ, ਮੀਡੀਆ ਦੇ ਕੈਮਰੇ ਭੰਨੇ ਗਏ। ਫਿਰ ਦੇਖੋ ਇਹ ਜਿਹੜੀ ਵੀਡੀਓ ਹੈ ਉਹਦਾ ਵੀਡੀਓ ਫਿਲਮਾਂਕਣ ਕਰਨ ਵਾਲੇ ਵੀ ਉੱਥੇ ਹੁੰਦੇ ਆ। ਉਹ ਪੂਰੇ ਦੇਸ਼ ਵਿਦੇਸ਼ ਦੇ ਚੈਨਲਾਂ ਨੇ ਉਸ ਵੀਡੀਓ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਵੀ ਆ ਸਿੱਖ ਏਦਾਂ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ। ਠੀਕ ਹੈ। ਫਿਰ ਜਿਹੜੇ ਆਮ ਸੰਗਤ ਨੂੰ ਰੋਕਿਆ ਟੀਨਾ। ਹੁਣ ਵੈਸੇ ਤਾਜ਼ਾ ਖਬਰ ਇਹ ਆ ਵੀ ਸੰਗਤ ਦੀ ਆਵਾਜਾਈ ਤਾਂ ਆਮ ਕਰਕੇ ਉੱਥੇ ਕਰ ਦਿੱਤੀ ਗਈ ਆ, ਪਰ ਕੱਲ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਜਾਂ ਜਿਹੜੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਆਏ ਆ ਤਾਂ ਉਹਨਾਂ ਨੂੰ ਵੀ ਰੋਕਿਆ ਗਿਆ ਐਸਜੀਪੀਸੀ ਦੀ ਟਾਸਕ ਫੋਰਸ ਵੱਲੋਂ। ਸੋ ਜਿਹੜੀ ਐਸਜੀਪੀਸੀ ਦੀ ਟਾਸਕ ਫੋਰਸ ਦੀ ਮੈਂ ਤਾਂ ਸਮਝਦਾ ਵੀ ਵਰਸ਼ਾਗਰਦੀ ਹੈ। ਉਹ ਤਾਂ ਰਹਿਤ ਮਰਿਆਦਾ ਕਾਇਮ ਰੱਖਣ ਲਈ ਟਾਸਕ ਫੋਰਸ ਬਣਾਈ ਗਈ ਹੈ, ਡਾਂਗਾ ਭਰਾਉਣ ਲਈ ਥੋੜ੍ਹਾ ਜਿਹੜੀ ਟਾਸਕ ਫੋਰਸ ਉਹਦਾ ਇਸਤੇਮਾਲ ਕੀਤਾ ਜਾਂਦਾ। ਸੋ ਫਿਰ ਆਪਾਂ ਕੱਲ ਗੱਲ ਕੀਤੀ ਸੀ ਵੀ ਉੱਥੇ ਉਹਦੇ ਰਿਹਾਇਸ਼ ਤੇ ਸੇਵਾ ਸਿੰਘ ਸੇਖਵਾਂ ਹੋਣੀ 5 ਸਿੰਘ ਸਾਹਿਬਾਨ ਲੈ ਕੇ ਗਏ ਆ, ਤੇ ਲੌਂਗੋਵਾਲ ਸਾਹਿਬ ਹੋਣੀ ਉਹਨਾਂ ਨੂੰ ਫਤਿਹ ਨਹੀਂ ਬੁਲਾਈ 5 ਸਿੰਘ ਸਾਹਿਬਾਨ ਨੂੰ। ਪਾਣੀ ਧਾਣੀ ਤਾਂ ਕੀ ਪੁੱਛਣਾ ਸੀਗਾ, ਆਪਾਂ ਕੱਲ ਵੀ ਇਹ ਗੱਲ ਕੀਤੀ ਆ। ਸੋ ਇਹ ਜਿਹੜਾ ਰੌਲਾ ਰੱਪਾ ਆ ਜਾਰੀ ਹੈ। ਫਿਰ ਇੱਕ ਹੋਰ ਡਿਵੈਲਪਮੈਂਟ ਇਦਾਂ ਦੀ ਹੋਈ ਆ ਕਮਲਪ੍ਰੀਤ ਜੀ ਵੀ ਕੱਲ ਜਿਹੜੇ ਸਿੱਖ ਜਥੇਬੰਦੀਆਂ ਦੇ ਆਗੂ ਨੇ, ਸਿੱਖ ਜਥੇਬੰਦੀਆਂ ਕਿਹੜੀਆਂ ਜਿਹੜੀਆਂ ਸਤਿਕਾਰ ਕਮੇਟੀਆਂ ਬਣਾਈਆਂ ਸੀ ਜ਼ਿਲ੍ਹਿਆਂ ਦੇ ਪੱਧਰ ਤੇ, ਔਰ ਜਿਨ੍ਹਾਂ ਬਾਰੇ ਹੁਣ ਸਾਡੇ ਮਾਨਯੋਗ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਕਿਹਾ ਸੀ ਵੀ ਬਣਾਈਆਂ ਸੀ ਸਤਿਕਾਰ ਕਮੇਟੀਆਂ, ਪਰ ਹੁਣ ਇਹ ਭੰਗ ਕਰ ਦਿੱਤੀਆਂ ਗਈਆਂ, ਹੁਣ ਇਹਨਾਂ ਦਾ ਕੋਈ ਵਜੂਦ ਨਹੀਂ, ਹੋਂਦ ਨਹੀਂ। ਉਹਨਾਂ ਦੇ ਆਗੂ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਕੱਲ ਕਮਿਸ਼ਨਰ ਪੁਲਿਸ ਕੋਲ ਗਏ ਸੀ ਜੀ ਅੰਮ੍ਰਿਤਸਰ, ਦਰਖਾਸਤ ਦੇਣ ਵੀ ਮਹਾਰਾਜ ਦੇ ਜਿਹੜੇ ਗੁੰਮ ਸਰੂਪ ਆ ਉਹਨਾਂ ਦੀ ਜਿਹੜੀ ਆ ਤਫਤੀਸ਼ ਕੀਤੀ ਜਾਵੇ ਜਾਂ ਜਿਹੜੇ ਦੋਸ਼ੀ ਆ। ਹਾਂਜੀ, ਪਰ ਸੁਣਨ ਵਿੱਚ ਇਹ ਆਇਆ, ਪਿਛਲੀ ਗੱਲ ਇਹ ਹੈ ਵੀ ਕਮਿਸ਼ਨਰ ਪੁਲਿਸ ਨੇ ਉਹਨਾਂ ਤੋਂ ਉਹ ਦਰਖਾਸਤ ਲਈ ਨਹੀਂ, ਕਹਿੰਦੇ ਤੁਹਾਡਾ ਹੱਕ ਹੀ ਨਹੀਂ ਕੋ ਬਣਦਾ। ਅੱਛਾ ਜੀ। ਕਹਿੰਦੇ ਪਹਿਲਾ ਹੱਕ ਜਿਹੜਾ ਆ, ਇਹ ਖਬਰ ਮੈਨੂੰ ਲੱਗਦਾ ਨਹੀਂ ਪਈ ਕਿਤੇ ਆਈ ਹੋਵੇ, ਪਰ ਜਿਹੜਾ ਉੱਥੋਂ ਦੀਆਂ ਰਿਪੋਰਟਾਂ ਆ ਅੰਮ੍ਰਿਤਸਰ ਦੀਆਂ ਉਹ ਇਹੀ ਕਹਿੰਦੀਆਂ ਨੇ ਵੀ ਕਮਿਸ਼ਨਰ ਪੁਲਿਸ ਕਹਿੰਦਾ ਤੁਹਾਡਾ ਕੋਈ ਹੱਕ ਨਹੀਂ ਬਣਦਾ, ਪਹਿਲਾ ਹੱਕ ਐਸਜੀਪੀਸੀ ਦਾ ਉਹ ਸਾਨੂੰ ਆਣ ਕੇ ਕਹੇ। ਠੀਕ ਹੈ। ਤੇ ਐਸਜੀਪੀਸੀ ਜਿਹੜੀ ਆ ਉਹ ਆਪਣੇ ਬਿਆਨਾਂ ਤੋਂ ਯੂ ਟਰਨ ਲੈ ਚੁੱਕੀ ਆ, ਮੁੱਕਰ ਚੁੱਕੀ ਆ। ਪਹਿਲਾਂ ਕਹਿੰਦੇ ਵੀ ਅੰਤਰੰਗ ਕਮੇਟੀ ਜਾਂਚ ਕਰੂਗੀ, ਫਿਰ ਕਹਿੰਦੇ ਮਾਮਲਾ ਅੰਤਰੰਗ ਕਮੇਟੀ ਦਾ ਸਿਰਫ ਆਦੇਸ਼ ਦੇ ਸਕਦੀ ਆ, ਕੋਈ ਸਜ਼ਾ ਨਹੀਂ ਦੇ ਸਕਦੀ, ਇਹ ਪੁਲਿਸ ਕੋਲ ਜਾਊਗਾ। ਫਿਰ ਮੁੜ ਕੇ ਕਹਿੰਦੇ ਵੀ ਪੁਲਿਸ ਕੋਲੋਂ ਨਹੀਂ ਜੀ, ਅੰਤਰੰਗ ਕਮੇਟੀ ਦੇਖੀ ਗਏ ਮਾਮਲਾ ਜਿਹੜਾ ਆ। ਸੋ ਇਸ ਤਰ੍ਹਾਂ ਦੇ ਨਿਤ ਬਦਲਦੇ ਸਟੈਂਡ ਤੇ ਇਹੋ ਜਿਹਾ ਜਿਹੜਾ ਸਖਤੀ ਵਾਲਾ ਰਵੱਈਆ ਉਹ ਸਿੱਖਾਂ ਦੇ ਅਕਸ ਨੂੰ ਕੋਈ ਬਹੁਤੇ ਚੰਗੇ ਢੰਗ ਨਾਲ ਦੁਨੀਆ ਸਾਹਮਣੇ ਪੇਸ਼ ਨਹੀਂ ਕਰਦਾ। ਨਹੀਂ ਕਰਦਾ। ਸਹੀ ਗੱਲ ਕਹਿ ਰਹੇ ਤੁਸੀਂ। ਅਸੀਂ ਇਹੀ ਉਮੀਦ ਕਰਾਂਗੇ ਕਿ ਜੋ ਵੀ ਹੋਏ ਉਹਨੂੰ ਬਹੁਤ ਹੀ ਜਿਹੜਾ ਮਰਿਆਦਾ ਦੇ ਵਿੱਚ ਰਹਿ ਕੇ ਕੰਮ ਜਿਹੜਾ ਕੀਤਾ ਜਾਏ, ਤਾਂ ਕਿ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੁਸ਼ਤਾਂ ਨੇ, ਆਉਣ ਵਾਲੀ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਆ ਉਹਨਾਂ ਦੇ ਵਿੱਚ ਇੱਕ ਚੰਗਾ ਸੰਦੇਸ਼ ਜਾਵੇ, ਇੱਕ ਚੰਗਾ ਸੁਨੇਹਾ ਜਾਵੇ। ਆਉਣ ਵਾਲੇ ਜਿਹੜੇ ਨਵੀਂ ਪੀੜ੍ਹੀ ਦੀ ਜੇਕਰ ਗੱਲ ਕਰੀਏ ਤਾਂ ਜਿਹੜਾ ਦੇਸ਼ ਦਾ ਭਵਿੱਖ ਹੁੰਦਾ ਉਹ ਸਾਡਾ ਨੌਜਵਾਨ ਹੁੰਦਾ, ਵਿਦਿਆਰਥੀ ਵਰਗ ਹੁੰਦਾ, ਔਰ ਵਿਦਿਆਰਥੀ ਵਰਗ ਪੜ੍ਹਾਈਆਂ ਤੋਂ ਬਾਅਦ ਹਮੇਸ਼ਾ ਇਹੀ ਉਮੀਦ ਕਰਦਾ ਕਿ ਉਹਨੂੰ ਕੋਈ ਵਧੀਆ ਜਿਹੜੀ ਨੌਕਰੀ ਮਿਲੇ। ਪਰ ਜੇਕਰ ਉਹ ਜਿਹੜਾ ਯੂਥ ਹੈ ਟੈਂਕੀਆਂ ਤੇ ਚੜਨਾ ਪਵੇ, ਉਹਨੂੰ ਆਏ ਦਿਨ ਡੰਡੇ ਖਾਣੇ ਪੈਣ, ਪੁਲਿਸ ਦੀ ਜਿਹੜੀ ਹੈ ਉਹ ਤਸ਼ੱਦਦ ਬਰਦਾਸ਼ਤ ਕਰਨੀ ਪਵੇ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਣੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ 'ਚ ਇਹ ਸਭ ਕੁਝ ਹੋ ਰਿਹਾ ਬੇਰੁਜ਼ਗਾਰ ਅਧਿਆਪਕਾਂ ਦੇ ਨਾਲ। ਕੀ ਕਹਿਣਾ ਚਾਹੋਗੇ ਕਮਲਪ੍ਰੀਤ ਜੀ? ਇਹ ਮੁੱਖ ਮੰਤਰੀ ਸਾਹਿਬ ਦੇ ਸ਼ਹਿਰ ਦੇ ਵਿੱਚ ਇਕੱਲਾ ਇਹੀ ਨਹੀਂ ਹੋ ਰਿਹਾ, ਪੁੱਡਾ ਗਰਾਊਂਡ ਵਿੱਚ ਕਿਸਾਨਾਂ ਨੇ ਵੀ ਪੱਕਾ ਧਰਨਾ ਲਾਇਆ ਹੋਇਆ ਆਰਡੀਨੈਂਸਾਂ ਦੇ ਖਿਲਾਫ। ਠੀਕ ਹੈ। ਔਰ ਜਿਹੜੇ 837 ਜਿਹੜੇ ਡੀਪੀਈਸ ਨੇ, ਠੀਕ ਹੈ ਜੀ, ਜਿਹੜੇ ਸਰੀਰਕ ਸਿੱਖਿਆ ਦੇ ਅਧਿਆਪਕ ਨੇ, ਉਹਨਾਂ ਦੀਆਂ 837 ਪੋਸਟਾਂ ਕੱਢੀਆਂ ਕਿੰਨੇ ਚਿਰ ਬਾਅਦ? 14 ਸਾਲਾਂ ਬਾਅਦ। ਉਹ ਕਹਿੰਦੇ ਵੀ ਘੱਟੋ ਘੱਟ 1000 ਕੇ ਇਹਦੇ ਚ ਹੋਰ ਜੋੜ ਕੇ ਕੋਈ 1837 ਕੱਢ ਲਓ, ਕੋਈ 2000 ਕੱਢ ਲਓ, ਕੋਈ 1500 ਕੱਢ ਲਓ, ਵੀ 14 ਸਾਲਾਂ ਦੇ ਵਿੱਚ ਜਿਹੜੇ ਆ ਹੋਰ ਲੋਕਾਂ ਨੇ ਵੀ ਡਿਗਰੀਆਂ ਕੀਤੀਆਂ। ਠੀਕ ਹੈ। ਕਿੱਥੇ ਮਹਾਰਾਸ਼ਟਰ ਚ ਅਮਰਾਵਤੀ ਨਾਂ ਦਾ ਸਥਾਨ ਹੈ ਕਮਲਪ੍ਰੀਤ ਜੀ, ਕਿਸੇ ਜ਼ਮਾਨੇ ਚ ਪੀਟੀਆਈ, ਡੀਪੀ, ਐਡ ਵਗੈਰਾ ਜਿਹੜੇ ਇੱਥੋਂ ਦੇ ਨੌਜਵਾਨ ਆ ਉੱਥੇ ਜਾ ਕੇ ਕਰਦੇ ਹੁੰਦੇ ਸੀ, ਜਿੱਥੇ ਕੋਈ ਨਾ ਰਹਿਣ ਦਾ ਪ੍ਰਬੰਧ, ਨਾ ਕੋਈ ਖਾਣ ਦਾ, ਨਾ ਪੀਣ ਦਾ, ਪਤਾ ਨਹੀਂ ਕਿਵੇਂ। ਉਦੋਂ ਤਾਂ ਮਤਲਬ ਉਸ ਵੇਲੇ ਸਾਧਨ ਵੀ ਇੰਨੇ ਤੇਜ਼ ਨਹੀਂ ਸੀਗੇ, ਹੁਣ ਤਾਂ ਗੱਡੀਆਂ ਫਟਾਫਟ ਪਹੁੰਚਾਉਂਦੀਆਂ ਤੁਹਾਨੂੰ ਬੰਬੇ, ਦਿੱਲੀ, ਦੱਖਣ, ਤੇ ਉਦੋਂ ਅਮਰਾਵਤੀ ਜਾ ਕੇ ਕਰਦੇ ਸੀ। ਹੁਣ ਅੱਜ ਪੰਜਾਬ ਵਿੱਚ ਜਿਹੜਾ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਹੋ ਗਿਆ,
ਇੱਕ ਖਰੜ ਚੰਡੀਗੜ੍ਹ ਲਾਗੇ ਖਰੜ ਕੋਲ ਭਾਗੋ ਮਾਜਰਾ ਦੇ ਕਾਲਜ ਨੇ, ਇਹਨਾਂ ਦੋ ਕਾਲਜਾਂ ਦੀ ਕਿੰਨੀ ਪੈਦਾਵਾਰ ਹੈ GDP ਇਸ ਦੀ। ਸੋ ਉਹਨਾਂ ਦੀ ਮੰਗ ਤਾਂ ਜਾਇਜ਼ ਆ, ਉਹ ਟੈਂਕੀ ਦੇ ਚੜੇ ਹੋਏ ਆ, ਕੁਝ ਅਧਿਆਪਕ ਜਿਹੜੇ ਨੇ ਬੇਰੁਜ਼ਗਾਰ, ਕੁਝ ਜਿਹੜੇ ਆ ਥੱਲੇ ਆ, ਫਿਰ ਬੇਰੁਜ਼ਗਾਰ ਟੈਟ ਪਾਸ ਅਧਿਆਪਕ ਜਿਹੜੇ ਆ ਉਹ ਮੁਜ਼ਾਹਰੇ ਕਰ ਰਹੇ ਆ। ਇਹ ਜਿਹੜੀ ਆ ਹਰ ਹਕੂਮਤ ਹੀ ਇਦਾਂ ਕਰਦੀ ਆ, ਅਣਡਿੱਠ ਕਰਦੀ ਆ ਨੌਜਵਾਨ ਵਰਗ ਨੂੰ। ਤਾਂ ਹੀ ਅੱਜ ਪੰਜਾਬ ਦਾ ਜਿਹੜਾ ਨੌਜਵਾਨ ਵਰਗ ਹੈ ਉਹ ਆਪਣੇ ਵਿਦੇਸ਼ਾਂ ਦਾ ਰੁਖ ਕਰ ਰਿਹਾ। ਠੀਕ ਹੈ ਨਾ ਜੀ। ਤਾਂ ਹੁਣ ਕੀ ਹੋਇਆ ਵੀ ਉਹਨਾਂ ਤੇ ਅੱਧੀ ਦਰਜਨ ਆਗੂਆਂ ਤੇ DP ਜਿਹੜੇ ਬੇਰੁਜ਼ਗਾਰ ਆ ਉਹਨਾਂ ਤੇ ਕੇਸ ਦਰਜ ਕਰ ਲਿਆ ਕੱਲ ਵੀ ਤੁਸੀਂ ਉਹ ਬਿਨਾਂ ਮਨਜ਼ੂਰੀ ਤੋਂ ਜਿਹੜਾ ਆ ਇਹ ਧਰਨਾ ਲਾ ਕੇ ਬੈਠੇ ਆ। ਬਿਲਕੁਲ COVID-19 ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਗੱਲ ਕਹੀ ਗਈ ਹੈ। ਬਿਲਕੁਲ ਜੀ। ਔਰ ਗੱਲਾਂ ਬਾਤਾਂ ਜਿਹੜੀਆਂ ਨੇ ਖਬਰਾਂ ਦੀ ਪੜਚੋਲ ਇਸੇ ਤਰ੍ਹਾਂ ਚੱਲਦੀ ਰਹੇਗੀ, ਪਰ ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ ਔਰ ਤੁਸੀਂ ਮੈਨੂੰ ਇਸ ਵੇਲੇ ਦੇਖ ਰਹੇ ਹੋ ਪੰਜਾਬ ਮੇਲ USA TV ਚੈਨਲ ਤੇ। ਗੁਰਜਤਿੰਦਰ ਰੰਧਾਵਾ, ਮੈਂ ਬਹੁਤ ਅਰਸੇ ਤੋਂ ਇਹਨਾਂ ਨੂੰ ਜਾਣਨਾ। ਹਰ ਵਾਰ ਕੁਛ ਨਾ ਕੁਛ ਕ੍ਰੀਏਟਿਵ ਚੰਗਾ ਕੁਛ ਵੱਡਾ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਕਾਮਯਾਬ ਹੁੰਦੇ ਨੇ। ਸੋ ਇਸ ਵਾਰ ਇੱਕ ਬੜੇ ਹੀ ਵਿਸ਼ਾਲ ਚੈਨਲ ਦੇ ਨਾਲ ਤੁਹਾਡੇ ਰੂਬਰੂ ਹੋਏ ਨੇ, ਪੰਜਾਬ ਮੇਲ USA TV ਚੈਨਲ, ਜਿਹਦੇ ਵਿੱਚ ਨਿਊਜ਼ ਤੋਂ ਇਲਾਵਾ ਐਂਟਰਟੇਨਮੈਂਟ, ਪੰਜਾਬੀ ਕਲਚਰ ਦੀਆਂ ਗੱਲਾਂ, ਤੁਹਾਡੀ ਰੂਹ ਨਾਲ ਜੁੜੀਆਂ ਗੱਲਾਂ, ਹਰ ਤਰ੍ਹਾਂ ਦਾ ਪੰਜਾਬੀ ਐਂਟਰਟੇਨਮੈਂਟ ਤੁਹਾਨੂੰ ਇਹਦੇ ਵਿੱਚ ਦੇਖਣ ਸੁਣਨ ਨੂੰ ਮਿਲੇਗਾ। ਸੋ ਮੇਰੀਆਂ ਦਿਲੀ ਸ਼ੁਭ ਇੱਛਾਵਾਂ ਨੇ ਕਿ ਚੈਨਲ ਸੰਸਾਰ ਭਰ ਵਿੱਚ ਆਪਣਾ ਔਰ ਪੰਜਾਬੀ ਜ਼ਬਾਨ ਦਾ ਨਾਮ ਰੌਸ਼ਨ ਕਰੇ। ਆਲ ਦਾ ਵੈਰੀ ਬੈਸਟ। ਪੰਜਾਬ ਮੇਲ USA TV ਚੈਨਲ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਜੰਕਸ਼ਨ ਦੇ ਵਿੱਚ। ਸਤੀ ਸਾਹਿਬ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ। ਜੀ ਕਮਲਪ੍ਰੀਤ ਜੀ। ਜੀ ਅਸੀਂ ਪਿੱਛੇ ਗੱਲ ਕਰ ਰਹੇ ਸੀ ਕਿ ਬੇਰੁਜ਼ਗਾਰ ਅਧਿਆਪਕ ਜਿਹੜੇ ਨੇ ਉਹ ਚਾਹੇ ਕਿਸੇ ਵੀ ਵਰਗ ਦੇ ਨੇ, ਕਿਸੇ ਵੀ ਵਿਸ਼ੇ ਦੇ ਨੇ, ਅੱਜ ਮਿਲ ਕੇ ਉਹਨਾਂ ਤੇ ਤਸ਼ੱਦਦ ਹੋ ਰਹੀ ਹੈ। ਇਹੀ ਸਰਕਾਰ ਨਹੀਂ, ਜਿਹੜੀਆਂ ਪਿਛਲੀਆਂ ਸਰਕਾਰਾਂ ਉਹ ਵੀ ਤਸ਼ੱਦਦ ਕਰਦੀਆਂ, ਲੇਕਿਨ ਜਦੋਂ ਅਗਲੀ ਸਰਕਾਰ ਆ ਜਾਂਦੀ ਹੈ ਤਾਂ ਫਿਰ ਉਹ ਪਹਿਲੀ ਦੂਜੇ ਨੂੰ ਦੋਸ਼ ਦੇਣਾ ਪੈਂਦਾ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ ਕਮਲਪ੍ਰੀਤ ਜੀ, ਪਹਿਲਾਂ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ 10 ਸਾਲ ਰਾਜ ਕੀਤਾ। ਉਦੋਂ ਅਧਿਆਪਕ ਕਿੱਥੇ ਗਏ ਸੀਗੇ? ਠੀਕ ਹੈ, ਸਿਕੰਦਰ ਸਿੰਘ ਮਲੂਕਾ ਹੁਣਾਂ ਦੀਆਂ ਫੋਟੋਆਂ ਆਮ ਅਖਬਾਰਾਂ 'ਚ ਲੱਗੀਆਂ ਸੀ, ਜਿਹੜੀਆਂ ਬੇਰੁਜ਼ਗਾਰ ਅਧਿਆਪਕਾਵਾਂ ਨੇ ਉਹਨਾਂ ਨੂੰ ਕੁੱਟਦਿਆਂ ਦੀਆਂ, ਥੱਪੜ ਮਾਰਦਿਆਂ ਦੀਆਂ, ਗੁੱਤਾਂ ਪੁੱਟਦਿਆਂ ਦੀਆਂ। ਠੀਕ ਹੈ, ਔਰ ਲੋਕਾਂ ਨੇ ਕਿਹਾ ਸੀ ਵੀ ਇੱਕ ਬੰਨੇ ਤਾਂ ਨੰਨੀ ਛਾਂ ਜਿਹੜੀ ਆ ਉਹਦੇ ਅਧੀਨ ਤੁਸੀਂ ਕਹਿੰਦੇ ਆ ਵੀ ਅਸੀਂ ਔਰਤਾਂ ਲਈ, ਬੱਚੀਆਂ ਲਈ ਆਹ ਕੁਛ ਕਰ ਰਹੇ ਆ, ਤੇ ਦੂਸਰੇ ਬੰਨੇ ਤੁਹਾਡੇ ਜਿਹੜੇ ਮੰਤਰੀ ਨੇ ਉਸ ਵੇਲੇ ਦੇ ਉਹ ਉਹਨਾਂ ਦੀਆਂ ਗੁੱਤਾਂ ਪੁੱਟ ਰਹੇ ਨੇ। ਅਜਿਹਾ ਹੋਇਆ, ਇਹ ਖਬਰਾਂ 'ਚ ਆਇਆ, ਫੋਟੋਆਂ ਲੱਗੀਆਂ। ਠੀਕ ਹੈ, ਸੋ ਹੁਣ ਹਮਦਰਦੀ ਜਾਗ ਪਈ ਹੈ। ਕਿੰਨੇ ਬੇਰੁਜ਼ਗਾਰ ਟੈਟ ਪਾਸ ਨੇ, B.Ed ਪਾਸ ਆ, UGC ਕਰਕੇ ਬੈਠੇ ਆ ਕਾਲਜਾਂ ਦੇ ਵਿੱਚ। ਇੱਕ ਮਜ਼ਦੂਰ ਜਿਹੜਾ ਨਾ, ਜੇ 500 ਰੁਪਇਆ ਉਹਦੀ ਦਿਹਾੜੀ ਲੱਗਦੀ ਆ ਤਾਂ ਮਹੀਨੇ ਦਾ 15,000 ਕਮਾ ਲੈਂਦਾ। ਜੇ ਉਹਦੀਆਂ 3-4 ਦਿਹਾੜੀਆਂ ਟੁੱਟ ਵੀ ਜਾਣ ਤਾਂ ਉਹ 12-13,000 ਕਮਾ ਲੈਂਦਾ। ਕਾਲਜਾਂ 'ਚ ਜਿਹੜੇ ਚੰਗੇ ਭਲੇ ਅਧਿਆਪਕ ਨੇ, 골ਡ ਮੈਡਲਿਸਟ ਆ, ਉਹਨਾਂ ਨੂੰ ਪਿਛਲੇ ਕਿੰਨੇ ਵਰਿਆਂ ਤੋਂ ਜਿਹੜੀਆਂ ਕਾਲਜਾਂ 'ਚ ਆਰਜੀ ਅਸਾਮੀਆਂ ਹੈਗੀਆਂ, ਉਹ ਵਿਚਾਰੇ 90 ਦਿਨਾਂ ਵਾਲੇ ਚੱਕਰਾਂ 'ਚ ਪਏ ਹੋਏ ਆ। 99 ਦਿਨ ਹੁੰਦੇ ਰਿਲੀਵ ਕਰ ਦਿੰਦੇ ਆ, ਮੁੜ ਕੇ ਉਹ ਫੇਰ ਮੈਨੇਜਮੈਂਟ ਦੇ ਮਤਲਬ ਸਮਝ ਲਓ ਮਿਹਨਤ ਕਰ ਲਈ ਨੇ, ਤੇ ਉਹਨੇ 10-10 ਹਜ਼ਾਰ ਲਈ ਕਾਲਜ ਅਧਿਆਪਕ ਰੋਲ ਰਹੇ ਆ। ਕਦੀ 2500-4000 ਗ੍ਰੇਡ ਹੁੰਦਾ ਸੀ ਕਾਲਜ ਅਧਿਆਪਕਾਂ ਦਾ। ਠੀਕ ਹੈ, ਤੇ ਅੱਜ ਉਹ ਜਿਹੜਾ ਆ ਉਹ ਹਜ਼ਾਰਾਂ 'ਚ ਆ, ਪਰ ਸਰਕਾਰ ਦੀ ਭਰਤੀ ਹੋਈ ਨੂੰ ਕਿੰਨਾ ਚਿਰ ਹੋ ਗਿਆ ਜੀ। ਸੋ ਇਹ ਸਾਰੀਆਂ ਸਰਕਾਰਾਂ ਇਸ ਤਰ੍ਹਾਂ ਕਰਦੀਆਂ, ਉਹਨਾਂ ਨੂੰ ਬਣਦੇ ਹੱਕ ਮਿਲਣੇ ਚਾਹੀਦੇ। ਘੱਟੋ ਘੱਟ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਤਾਂ ਮਿਲੇ, ਉਹ ਡਾਕੇ ਤੇ ਨਹੀਂ ਮਾਰਦੇ ਫਿਰਦੇ, ਆਪਣਾ ਹੱਕ ਮੰਗ ਰਹੇ ਆ, ਨੌਕਰੀ ਮੰਗ ਰਹੇ ਆ। ਬਿਲਕੁਲ। ਸੋ ਇਹੀ ਗੱਲਾਂ ਨੇ ਜਿਹੜੀਆਂ ਨੌਜਵਾਨ ਵਰਗ ਨੂੰ ਭਟਕਾਉਂਦੀਆਂ ਨੇ, ਔਰ ਅਸੀਂ ਅਕਸਰ ਅਖਬਾਰਾਂ ਦੇ ਵਿੱਚ ਸਾਨੂੰ ਸੁਣਨ ਨੂੰ ਮਿਲਦਾ ਹੈ ਕਿ ਫਲਾਨੀ ਜਗ੍ਹਾ ਦੇ ਉੱਤੇ ਨੌਜਵਾਨ ਜਿਹੜੇ ਨੇ ਉਹ ਸਨੈਚਰ ਬਣ ਗਏ, ਨਸ਼ੇ ਦਾ ਸ਼ਿਕਾਰ ਹੋ ਗਏ। ਸੋ ਇਹੋ ਜਿਹੀਆਂ ਚੀਜ਼ਾਂ ਤੋਂ ਗੁਰੇਜ਼ ਤਾਂ ਹੀ ਹੋ ਸਕਦਾ ਜੇਕਰ ਸਰਕਾਰ ਉਹਨਾਂ ਦੀ ਬੇਰੁਜ਼ਗਾਰ ਜਵਾਨੀ ਜਿਹੜੀ ਆ ਉਹ ਕਰਾਹੇ ਪਊਗੀ ਨਾ ਜੀ। ਕਹਿੰਦੇ ਹੁੰਦੇ ਵਿਹਲਾ ਮਨ ਸ਼ੈਤਾਨ ਦਾ ਘਰ, ਤੇ ਕਮਲਪ੍ਰੀਤ ਜੀ ਬੇਰੁਜ਼ਗਾਰ ਜਵਾਨੀ ਜਿਹੜੀ ਉਹ ਹੋਰ ਕੀ ਕਰੂਗੀ? ਉਹ ਇਹੋ ਜਿਹੇ ਕੰਮਾਂ 'ਚ ਮਬਲੂਸ ਹੋਊਗੀ, ਫਿਰ ATM ਲੁੱਟਦੇ ਆ, ਡਾਕੇ ਮਾਰਦੇ ਆ, ਮੋਬਾਈਲ ਖੋਹਦੇ ਆ, ਨਸ਼ੇੜੀ ਬਣਦੇ ਆ ਜੀ। ਸਤੀ ਜੀ, ਆਪਾਂ ਦੇਖਦੇ ਆ ਕਿ ਜਿਹੜੇ ਮੰਤਰੀ ਨੇ ਇੱਕ ਵਾਰ ਬਿਆਨ ਉਹ ਦੇ ਦਿੰਦੇ ਨੇ, ਉਸ ਤੋਂ ਬਾਅਦ ਦੁਬਾਰਾ ਤੋਂ ਕੁਛ ਨਾ ਕੁਛ ਇਹੋ ਜਿਹਾ ਕੱਢ ਕੇ ਲੈ ਆਉਂਦੇ ਨੇ ਕਿ ਕਹਿੰਦੇ ਕਿ ਵੀ ਇਹ ਤੇ ਤੋੜ ਮਰੋੜ ਕੇ ਸਾਡੇ ਬਿਆਨ ਪੇਸ਼ ਕੀਤੇ ਗਏ ਆ। ਜਿਹੜੀ ਇੱਕ ਸਰਕਾਰ ਕੋਈ ਗੱਲ ਕਹਿੰਦੀ ਹੈ ਤਾਂ ਉਹ ਦੂਜੇ ਜਿਹੜੇ ਵਿਰੋਧੀ ਧਿਰ ਵਾਲੇ ਹੁੰਦੇ ਨੇ ਉਹ ਕਹਿੰਦੇ ਨੇ ਨਹੀਂ ਇਹਨਾਂ ਦਾ ਹੀ ਕੀਤਾ ਕਰਿਆ।
ਔਰ ਦੂਸਰੇ ਕਹਿੰਦੇ ਨੇ, ਮਤਲਬ ਇੱਕ ਦੂਜੇ ਤੇ ਜੀ, ਇਲਜ਼ਾਮ ਜੀ, ਮੈਂ ਜਿਹੜਾ ਸਮਝਦਾ। ਚੱਲਦਾ ਰਹਿੰਦਾ ਜੀ, ਉਹਨਾਂ ਜੀ, ਦਾ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਰਾ ਨੇ ਜੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਰਾ ਨੂੰ ਇੱਕ ਚਿੱਠੀ ਲਿਖੀ ਹੈ, ਉਹਦੇ ਵਿੱਚ ਵੀ ਉਹਨਾਂ ਨੇ ਖੇਤੀ ਵਿਰੋਧੀ ਜਿਹੜਾ ਆਰਡੀਨੈਂਸ ਹੈ ਉਹਦੇ ਬਾਰੇ ਕੁਝ ਉਹਨਾਂ ਨੇ ਚਾਨਣਾ ਪਾਇਆ। ਅਸੀਂ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਇਹਦੇ ਬਾਰੇ ਦਸੀਏ ਜਰਾ। ਮੋਟੇ ਤੌਰ ਤੇ ਇਹ ਚਿੱਠੀ ਬੜੀ ਚਰਚਾ 'ਚ ਜੀ। ਆ, ਖਬਰਾਂ 'ਚ ਦੇਸ਼ ਵਿਦੇਸ਼ 'ਚ ਬੜੀ ਫੈਲੀ ਹੈ। ਉਹਨਾਂ ਨੇ ਜਿਹੜੇ ਮਾਨਯੋਗ ਸਹਿਕਾਰਤਾ ਮੰਤਰੀ ਨੇ ਆਪਣੇ ਸੁਖਜਿੰਦਰ ਸਿੰਘ ਰੰਧਾਵਾ ਹੋਰੀ, ਉਹਨਾਂ ਨੇ ਕਿਹਾ ਭਈ ਹੁਣ ਤਾਂ ਤੁਸੀਂ ਮਗਰਮੱਛ ਦੇ ਹੰਝੂ ਬਹਾਉਂਦੇ ਹੋ। ਜੀ। ਮੋਟੇ ਤੌਰ ਤੇ ਤਾਂ ਇਹ ਕਹਿਣਾ ਉਹਨਾਂ ਦਾ। ਜੀ, ਜੀ। ਉਹ ਚਿੱਠੀ 'ਚ ਉਹਦਾ ਉਹਨਾਂ ਨੇ ਲਿਖਿਆ ਵੀ ਗੱਠਜੋੜ ਸਰਕਾਰ ਵੇਲੇ ਪੰਜਾਬ 'ਚ ਦਾ ਪੰਜਾਬ ਫਾਰਮਿੰਗ ਕੰਟਰੈਕਟ ਐਕਟ ਜਿਹੜਾ ਹੈ 2013 ਤੁਸੀਂ ਬਣਾਇਆ। ਜੀ। ਕਹਿੰਦੇ ਤੁਸੀਂ ਇਸ ਖੇਤੀ ਆਰਡੀਨੈਂਸ ਜਿਹੜਾ ਹੁਣ ਕਿਸਾਨਾਂ ਦੀ ਗਲ 'ਚ ਗੁੱਠਾ ਦੇ ਰਹੇ ਹੋ, ਇਹਦਾ ਮੁੱਢ ਤਾਂ ਤੁਸੀਂ ਬੰਨ੍ਹ ਦਿੱਤਾ 2013 ਦੇ ਵਿੱਚ। ਜੀ। ਤੇ ਹੁਣ ਤੁਸੀਂ ਕਿਹੜੇ ਮੂੰਹ ਦੇ ਨਾਲ ਮਤਲਬ ਉਹਦਾ ਵਿਰੋਧ ਕਰੋਗੇ? ਠੀਕ ਹੈ। ਦੂਸਰਾ ਉਹਨਾਂ ਨੇ ਕਿਹਾ ਵੀ ਉਸ ਕੰਟਰੈਕਟ ਦੇ ਵਿੱਚ ਜਿਹੜਾ ਦਾ ਪੰਜਾਬ ਫਾਰਮਿੰਗ ਕੰਟਰੈਕਟ 2013 ਆ, ਉਹਦੇ 'ਚ ਕਿਤੇ ਕੋਈ ਮੱਦ ਨਹੀਂ ਵੀ ਜਿਹੜਾ ਵਪਾਰੀ ਹੈ ਉਹ ਕਿਸਾਨਾਂ ਦੀ ਫਸਲ ਜਿਹੜੀ ਆ ਉਹ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਉਹਨੂੰ ਦਊਗਾ। ਜੀ। ਠੀਕ ਹੈ। ਸੋ ਮੰਨ ਲਓ ਜੇ ਉਹ ਇੱਕ ਵਪਾਰੀ ਜਿਹੜਾ ਹੈ ਕੰਟਰੈਕਟ ਤੋਂ ਪਿੱਛੇ ਹਟਦਾ ਜੀ। ਤੇ ਕਿਸਾਨਾਂ ਦਾ ਤਾਂ ਨੁਕਸਾਨ ਹੋ ਗਿਆ ਨਾ ਜੀ। ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕੌਣ ਕਰੂਗਾ? ਸੋ ਉਹਨਾਂ ਨੇ ਅਜਿਹੇ ਆਸ਼ੇ ਦੀ ਚਿੱਠੀ ਜਿਹੜੀ ਹੈ ਮਾਨਯੋਗ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਲਿਖੀ ਆ। ਸੋ ਇਸ ਚਿੱਠੀ ਦਾ ਇਸ ਵੇਲੇ ਬਹੁਤ ਜ਼ਿਆਦਾ ਚਰਚਾ ਹੋ ਰਿਹਾ ਜੀ। ਤਾਂ ਹੁਣ ਉਹ ਕਹਿੰਦੇ ਆ ਵੀ ਉਹ ਪਹਿਲਾਂ ਤੁਸੀਂ ਆਪ ਮੁੱਢ ਮੰਨ ਲਿਆ 2013 ਦੇ ਵਿੱਚ ਇਹ ਕੰਟਰੈਕਟ ਫਾਰਮਿੰਗ ਕੰਟਰੈਕਟ ਐਕਟ ਪਾਸ ਕਰਕੇ, ਤਾਂ ਹੁਣ ਤੁਸੀਂ ਕੇਂਦਰ ਸਰਕਾਰ ਦੇ ਪਾਲੇ 'ਚ ਖੜੇ ਹੋ। ਠੀਕ ਹੈ। ਸੋ ਹਾਲਾਂਕਿ ਕੱਲ ਜਿਹੜਾ ਆ ਚੰਦੂ ਮਾਜਰਾ ਸਾਹਿਬ ਦਾ ਬਿਆਨ ਆਇਆ ਵੀ ਅਸੀਂ ਗੱਠਜੋੜ ਤੋਂ ਯੂ ਟਰਨ ਵੀ ਲੈ ਸਕਦੇ ਹਾਂ, ਟੁੱਟ ਵੀ ਸਕਦਾ ਹੈ। ਇਸੇ ਤਰ੍ਹਾਂ ਪਰਸੋਂ ਉਹਨਾਂ ਦੀ ਤਕਰੀਰ ਸੀਗੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਤਾਂ ਉਹਨਾਂ ਨੇ ਵੀ ਤਿੱਖੇ ਤੇਵਰ ਦਿਖਾਲੇ ਆ ਵੀ ਅਕਾਲੀ ਦਲ ਜਿਹੜਾ ਆ ਉਹ ਕਿਸਾਨ ਆ ਅਕਾਲੀ ਦਲ ਨੇ, ਤੇ ਇਹ ਵਿਰਾਸਤ ਜਿਹੜੀ ਆ ਅਸੀਂ ਬੜੀਆਂ ਕੁਰਬਾਨੀਆਂ ਦੇ ਕੇ ਪਾਲੀ ਆ, ਤੇ ਇਸ ਵਿਰਾਸਤ ਨੂੰ ਕਾਇਮ ਰੱਖਣ ਲਈ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਉਹ ਤੋਂ ਪਿੱਛੇ ਨਹੀਂ ਹਟਾਂਗੇ। ਪਰ ਮੇਨ ਮੁੱਦੇ ਦੀ ਗੱਲ ਤਾਂ ਇਹੀ ਆਏਗੀ ਕਿ ਚਾਹੇ ਦੋਨੋਂ ਪਾਸੇ ਇਸ ਵੇਲੇ ਕੈਪਟਨ ਸਾਹਿਬ ਵੀ ਇਸ ਦਾ ਵਿਰੋਧ ਕਰ ਰਹੇ ਨੇ, ਉਧਰੋਂ ਅਕਾਲੀ ਦਲ ਵੀ ਵਿਰੋਧ ਕਰ ਰਿਹਾ, ਆਖਿਰਕਾਰ ਇਹ ਸਾਰਾ ਕੀਤਾ ਕਰਾਇਆ ਕਿਹਦਾ? ਕੋਈ ਤਾਂ ਇਹਦੇ ਪਿੱਛੇ ਦੋਸ਼ੀ ਹੋਏਗਾ। ਦੋਸ਼ੀ ਤਾਂ ਦੇਖੋ ਜਿਹੜੀ ਇਸ ਵੇਲੇ ਆਪਾਂ ਇਹਨਾਂ ਦੋਹਾਂ ਧਿਰਾਂ ਨੂੰ, ਉਹਨਾਂ ਨੇ ਤਾਂ ਕੱਲ ਜਿਹੜਾ ਪਾਟਿਲ ਦਾਨਵੇ ਆ ਕੇਂਦਰੀ ਮੰਤਰੀ ਫੂਡ ਸਪਲਾਈ, ਉਹਨਾਂ ਨੇ ਜਿਹੜਾ ਸਾਬਕਾ ਜਿਹੜੇ ਸਾਡੇ ਹੁਣ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਹੋਰੀ, ਉਹਨਾਂ ਤੇ ਦੋਸ਼ ਲਾਇਆ ਸੀ ਵੀ ਤੁਸੀਂ ਜਿਹੜਾ ਜੀ ਸੁਝਾਅ ਜਿਹੜੇ ਉਹ ਮਨਜ਼ੂਰ ਕੀਤੇ ਆ, ਉਹ ਕਹਿੰਦੇ ਤੁਸੀਂ ਮਾਫੀ ਮੰਗੋ, ਸੰਸਦ ਵਰਗੇ ਮੁਕੱਦਸ ਸਥਾਨ ਤੇ ਤੁਸੀਂ ਝੂਠ ਬੋਲਿਆ, ਇਹੋ ਜਿਹਾ ਅਸੀਂ ਕੋਈ ਬਿਆਨ ਨਹੀਂ ਦਿੱਤਾ। ਠੀਕ ਹੈ। ਸੋ ਉਹ ਇੱਕ ਤਰ੍ਹਾਂ ਦਾ ਮੈਨੂੰ ਤਾਂ ਲੱਗਦਾ ਵੀ ਉਹ ਕੈਪਟਨ ਸਾਹਿਬ ਨੂੰ ਬਦਨਾਮ, ਭਾਵੇਂ ਉਹ ਜਿਹੋ ਜਿਹਾ ਮਰਜ਼ੀ ਉਹਨਾਂ ਦਾ ਸਟੈਂਡ ਹੋਵੇ, ਕੈਪਟਨ ਸਾਹਿਬ ਦੀ ਇੱਕ ਸਿਫਤ ਹੈ ਵੀ ਉਹ ਪੰਜਾਬ ਦੇ ਹਿੱਤਾਂ ਲਈ ਸਮਝੌਤਾ ਨਹੀਂ ਕਰਦੇ। ਨਹਿਰੀ ਪਾਣੀ ਦੇ ਮਸਲੇ ਤੇ ਸਤਲੁਜ ਜਮਨਾ ਲਿੰਕ ਨਹਿਰ ਤੇ ਜਿਹੜਾ ਮਤਾ ਪਾਸ ਕਰਵਾਇਆ, ਉਹ ਅਕਾਲੀਆਂ ਨੂੰ ਮਜਬੂਰਨ ਉੱਤੇ ਦਸਤਖਤ ਕਰਨੇ ਪਏ। ਉਹ ਮਤਾ ਇਹਨਾਂ ਨੇ ਲਿਆਂਦਾ ਸੀਗਾ ਜੀ, ਕਾਂਗਰਸ ਸਰਕਾਰ ਨੇ। ਠੀਕ ਹੈ। ਸੋ ਕੋਈ ਹੋਰ ਮਤਾ ਹੋਵੇ ਜਿਹੜਾ ਪੰਜਾਬ ਦੇ ਹਿੱਤਾਂ ਨਾਲ ਸੰਬੰਧਿਤ ਹੁੰਦਾ, ਉੱਤੇ ਕੈਪਟਨ ਸਾਹਿਬ ਕੋਈ ਦੋ ਚਾਰ ਨਹੀਂ ਕਰਦੇ ਗੱਲ, ਉਹ ਪੰਜਾਬ ਦੇ ਹੱਕਾਂ 'ਚ ਖੜੇ ਹੁੰਦੇ ਆ। ਤੇ ਪਰ ਮੈਨੂੰ ਅਕਾਲੀਆਂ ਦਾ ਰੋਲ ਕੋਈ ਬਹੁਤਾ ਚੰਗਾ ਨਹੀਂ ਲੱਗਦਾ। ਠੀਕ ਹੈ ਨਾ। ਇਹਨਾਂ ਨੂੰ ਆਊਟਰਾਈਟਲੀ ਉਦੋਂ ਇਸਤੀਫਾ ਕਿਉਂ ਨਹੀਂ ਦਿੱਤਾ ਜੀ, ਜਿੱਦਣ ਦਾ ਰੌਲਾ ਪੈ ਰਿਹਾ ਆਰਡੀਨੈਂਸਾਂ ਤੇ? ਪਹਿਲਾਂ ਸੁਝਾਅ ਦਿੰਦੇ ਰਹੇ ਜੀ, ਨਹੀਂ ਕਿਸਾਨਾਂ ਨੂੰ ਪੁੱਛੋ। ਹੁਣ ਤੁਸੀਂ ਕਹਿ ਰਹੇ ਹੋ ਪਾਰਲੀਮੈਂਟ 'ਚ ਆਪਣੀਆਂ ਤਕਰੀਰਾਂ 'ਚ ਵੀ ਕਿਸਾਨਾਂ ਨੂੰ ਪੁੱਛਿਆ ਨਹੀਂ ਗਿਆ, ਸਾਨੂੰ ਨਹੀਂ ਪੁੱਛਿਆ ਗਿਆ। ਜੇ ਤੁਹਾਨੂੰ ਹੀ ਨਹੀਂ ਪੁੱਛਿਆ ਗਿਆ ਜਿਹੜੇ ਗੱਠਜੋੜ 'ਚ ਭਾਈਵਾਲ ਹੋ, ਤਾਂ ਫਿਰ ਤੁਸੀਂ ਇੰਨੇ ਦਿਨ ਚੁੱਪ ਕਰਕੇ ਕਿਉਂ ਬੈਠੇ ਰਹੇ? ਹੁਣ ਆਪਣਾ ਅਕਸ ਬਚਾਉਣ ਲਈ ਦੋਵੇਂ ਧਿਰਾਂ, ਚਾਹੇ ਉਹ ਅਕਾਲੀ ਆ ਕਾਂਗਰਸੀ ਆ, ਉਹ ਲੋਕਾਂ 'ਚ ਮਾੜਾ ਮੋਟਾ ਜਾਣ ਜੋਗੇ, ਮੂੰਹ ਦਿਖਾਉਣ ਜੋਗੇ ਰਹਿਣ ਲਈ ਹੁਣ ਇਹ ਸਾਰੇ ਜਿਹੜੇ ਯਤਨ ਆ, ਕਹਿੰਦੇ ਹੁੰਦੇ ਨਾ ਵੀ ਮਰਦੀ ਕੀ ਨਾ ਕਰਦੀ, ਇਹ ਮਰਦੀ ਕੀ ਨਾ ਕਰਦੀ ਵਾਲੇ ਘਰੇ ਆ ਹੁਣ ਜੀ। ਔਰ ਜੋ ਵੀ ਹੈ ਕਹਿੰਦੇ ਆ ਕਿ ਵੀ ਝੂਠ ਦਾ 100 ਪੈਰ ਹੁੰਦੇ ਨੇ, ਹੈ ਨਾ, ਲੇਕਿਨ ਸੱਚ ਦਾ ਇੱਕੋ ਹੀ ਹੁੰਦਾ, ਲੇਕਿਨ ਉਹ ਸਾਹਮਣੇ ਜ਼ਰੂਰ ਆ ਜਾਂਦਾ ਹੈ। ਜਦੋਂ ਇੱਕ ਵਾਰੀ ਬੰਦਾ ਝੂਠ ਬੋਲਦਾ ਤਾਂ ਉਹਨੂੰ ਬਹੁਤ ਸਾਰੇ ਝੂਠ ਬੋਲਣੇ ਪੈਂਦੇ, ਔਰ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸੇ ਚੀਜ਼ ਦੀ ਅਸੀਂ ਉਮੀਦ ਕਰਦੇ ਹਾਂ। ਤੇ ਜਾਂਦੇ ਜਾਂਦੇ ਇੱਕ ਚੰਗੀ ਖਬਰ ਤੇ ਆਪਾਂ ਥੋੜਾ ਜਿਹਾ ਵਿਚਾਰ ਜ਼ਰੂਰ ਕਰ ਲਈਏ ਸਤੀ ਸਰ, ਕਿ ਬਹੁਤ ਸਾਰੀਆਂ ਖਬਰਾਂ ਸੀ ਇਹੋ ਜਿਹੀਆਂ, ਉਹਦੀ ਪੜਤਾਲ ਕੀਤੀ ਹੈ। ਤੇ ਰਈਆ ਬਟਾਲਾ ਮਾਰਗ ਦੇ ਉੱਤੇ ਡੇਰਾ ਬਾਬਾ ਨਾਨਕ ਨੂੰ ਜਾਂਦੇ ਹੋਇਆ ਚੌਮੁਖੀ ਕਰ ਦਿੱਤਾ ਗਿਆ ਉਹ ਸੜਕ ਨੂੰ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਬੜੀ ਚੰਗੀ ਖਬਰ ਹੈ ਜੀ। ਵੈਸੇ ਤਾਂ ਸਾਰੇ ਪੰਜਾਬੀਆਂ ਲਈ, ਜਿੰਨੇ ਵੀ ਯਾਤਰੀ ਨੇ, ਉਸ ਰਾਹ ਤੋਂ ਲੰਘਣ ਵਾਲੇ ਲੋਕਾਂ ਲਈ ਚੰਗੀ ਗੱਲ ਹੈ, ਪਰ ਸਿੱਖ ਯਾਤਰੀ ਜਿਹੜੇ ਡੇਰਾ ਬਾਬਾ ਨਾਨਕ ਨਾਲ ਜੁੜੇ ਹੋਏ ਆ, ਠੀਕ ਹੈ, ਜਾਂ ਉਹ ਤੋਂ ਅੱਗੇ ਕਰਤਾਰਪੁਰ ਦਾ ਲਾਂਘਾ ਜਿੱਥੇ, ਉਹ
ਇਧਰੋਂ ਜਿਹੜੇ ਜਾਣ ਵਾਲੇ ਆ ਸਾਰਾ ਯੂਪੀ ਬਾਕੀ ਦੇਸ਼ ਦੇਖੋ ਸਿੱਧਾ ਜਿਹਾ ਰਾਹ ਬਣ ਗਿਆ ਹੁਣ। ਜੀ। ਜੀਟੀ ਰੋਡ ਜਰਨੈਲੀ ਸੜਕ, ਜਦੋਂ ਆਪਾਂ ਬਿਆਸ ਦਰਿਆ ਟੱਪ ਗਏ, ਬਿਆਸ ਬਿਲਕੁਲ ਉੱਤੇ ਹੀ ਕਸਬਾ ਹੈਗਾ, ਠੀਕ ਹੈ। ਬਿਆਸ ਤੋਂ ਮਸਾਂ ਹੀ 4-5 ਕਿਲੋਮੀਟਰ ਤੇ ਰਈਏ ਵਾਲਾ ਮੋੜ ਆ ਜਾਂਦਾ, ਉਹਨੂੰ ਬਾਬਾ ਬਕਾਲਾ ਮੋੜ ਕਹਿੰਦੇ ਆ। ਅੱਗੇ ਰਈਆ ਤੇ ਬਾਬਾ ਬਕਾਲਾ ਮੋੜ, ਮਸਾਂ ਹੀ 1 ਮੀਲ ਤੇ ਬਾਬਾ ਬਕਾਲਾ ਸਾਹਿਬ, ਉਹ ਤੋਂ ਅੱਗੇ ਧਰਦੇ ਬੁੱਟਰ ਮਹਿਤਾ ਚੌਂਕ ਹੋ ਕੇ ਸੜਕ ਬਟਾਲੇ ਜਾ ਵੜਦੀ ਆ ਜੀ, ਤੇ ਬਟਾਲੇ ਬਾਈਪਾਸ ਤੋਂ ਜਿਹੜਾ ਆ ਉਹ ਡੇਰਾ ਬਾਬਾ ਨਾਨਕ ਨੂੰ। ਜੇ ਮਾਰਗ ਚੌਮਾਰਗੀ ਹੋ ਜਾਂਦਾ ਤੇ ਸਿੱਖ ਸੰਗਤਾਂ ਨੂੰ ਖਾਸ ਕਰਕੇ ਤੇ ਆਮ ਲੋਕਾਂ ਲਈ ਜਿਹੜਾ ਆ ਉਹ ਇਹ ਜਿਹੜਾ ਮਾਰਗ ਚੌਮਾਰਗੀ ਹੋਣ ਨਾਲ ਬਿਆਸ ਤੋਂ ਮਸਾਂ ਹੀ 1 ਘੰਟਾ ਲੱਗਿਆ ਕਰੇਗਾ ਜੀ ਡੇਰਾ ਬਾਬਾ ਨਾਨਕ ਪੁੱਜਣ ਲਈ, ਜਾਂ ਬਾਰਡਰ ਤੇ ਪੁੱਜਣ ਲਈ ਕਹਿ ਲਓ। ਸੋ ਇਹ ਬੜਾ ਸ਼ਲਾਘਾਯੋਗ ਕਦਮ ਆ ਜੇ ਚਾਰ ਮਾਰਗੀ ਸੜਕ ਬਣ ਜਾਂਦੀ ਆ ਤੇ ਸਾਰਿਆਂ ਲਈ ਸਹੂਲਤ ਆ ਜੀ। ਸੋ ਸੱਤੀ ਜੀ, ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਔਰ ਅੱਜ ਬਹੁਤ ਸਾਰੀਆਂ ਖਬਰਾਂ ਤੇ ਤੁਸੀਂ ਵਿਸਥਾਰ ਦੇ ਨਾਲ ਉਹਦਾ ਜਿਹੜੇ ਅਸੀਂ ਪੜਤਾਲ ਕੀਤੀ ਜੀ। ਕਮਲਪ੍ਰੀਤ ਜੀ, ਤੁਹਾਡਾ ਵੀ ਧੰਨਵਾਦ ਜੀ। ਸੋ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਵੀ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਏਗਾ, ਔਰ ਜੇਕਰ ਤੁਸੀਂ ਹਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ, ਔਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅਗਲੇ ਪ੍ਰੋਗਰਾਮ ਤੱਕ ਹੁਣ ਸਾਨੂੰ ਦਿਓ ਇਜਾਜ਼ਤ, ਤੁਹਾਨੂੰ ਫਿਰ ਮਿਲਾਂਗੇ, ਤਦ ਤੱਕ ਦੇ ਲਈ ਧੰਨਵਾਦ।